ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅਸੀਂ ਅੱਜ ਖੜ੍ਹੇ ਹਾਂ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਧਨੋ ਦੇ ਵਿੱਚ, ਜਿੱਥੇ ਅਸੀਂ ਖੜ੍ਹੇ ਹਾਂ ਉਸ ਘਰ ਦੀਆਂ ਖੁਸ਼ੀਆਂ ਜੋ 21 ਮਾਰਚ ਨੂੰ ਤੈਅ ਹੋਈਆਂ ਸੀਗੀਆਂ। ਇੱਥੇ ਮੈਰਿਜ ਹੋਈ ਸੀਗੀ, ਪਰ ਕੈਨੇਡਾ ਦੇ ਨਾਲ ਇੱਕ ਖੁਸ਼ੀ ਨੂੰ ਜੋੜ ਕੇ ਜੋ ਇਸ ਪਰਿਵਾਰ ਨੇ ਬੜਾ ਧੋਖਾ ਖਾਧਾ ਹੈ। ਅਸੀਂ ਅੱਜ ਤੁਹਾਨੂੰ ਉਹ ਮਾਂ-ਬਾਪ ਨਾਲ ਮਿਲਾਵਾਂਗੇ ਜੋ ਇਹ ਘਰ ਦੀਆਂ ਪੂਰੀਆਂ ਖੁਸ਼ੀਆਂ ਲੈ ਕੇ ਇੱਕ ਕੁੜੀ ਚਲੀ ਗਈ ਹੈ, ਜੋ ਇਹਨਾਂ ਨੂੰ ਪੈਸੇ ਵੱਲੋਂ, ਸੋਨੇ ਵੱਲੋਂ ਤੇ ਹੋਰ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਲਵਪ੍ਰੀਤ ਨਾਮ ਦਾ ਮੁੰਡਾ ਜਿਹੜਾ ਉਹਨਾਂ ਨੇ ਜਾਨੋਂ ਮਾਰ ਦਿੱਤਾ, ਜਾਨੋਂ ਮੁਕਾ ਦਿੱਤਾ। ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ। ਸਾਡੇ ਨਾਲ ਉਹਨਾਂ ਦੇ ਬ੍ਰਦਰ ਰਿਲੇਸ਼ਨ 'ਚ ਨੇ, ਜੋ ਕਿ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਰਛਪਾਲ ਸਿੰਘ ਜੀ। ਸਰ, ਕੀ ਕਹਿਣਾ ਚਾਹੋਗੇ? ਜਿਵੇਂ ਕੈਨੇਡਾ ਦਾ ਕਰੇਜ਼ ਚੱਲ ਰਿਹਾ ਹੈ ਇਸ ਟਾਈਮ, ਵੀ ਕੈਨੇਡਾ ਜਾਣਾ, ਬਾਹਰ ਜਾਣਾ, ਸਰਕਾਰ ਦੀਆਂ ਨਾਕਾਮੀਆਂ ਨੇ, ਕਰੋਨਾ ਤੋਂ ਬਾਅਦ ਹੋਰ ਜ਼ਿਆਦਾ ਹੋੜ ਲੱਗ ਗਈ ਹੈ। ਕੀ ਕਹੋਗੇ ਉਹਨਾਂ ਪਰਿਵਾਰਾਂ ਨੂੰ ਕਿ ਤੁਹਾਨੇ ਤਾਂ ਫੇਸ ਕਰ ਲਿਆ ਇਸ ਜਿਹੜਾ ਜ਼ੁਲਮ ਹੋਇਆ, ਐਡਾ ਬੜਾ ਇੱਕ ਮੁੰਡਾ ਚਲਾ ਗਿਆ ਉਸ ਦੇ ਨਾਂ 'ਤੇ। ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ? ਸਰ ਦੇਖੋ, ਮੇਰੇ ਕਹਿਣ ਨਾਲ ਇਹ ਚੀਜ਼ ਬੰਦ ਤਾਂ ਨਹੀਂ ਹੋਣ ਲੱਗੀ, ਬਟ ਮੈਂ ਇਹ ਕਹਿਣਾ ਵੀ ਕਿਸੇ ਨੇ ਵੀ ਇੱਦਾਂ ਦਾ ਸਟੈਪ ਲੈਣਾ, ਕੋਈ ਆਈਲੈਟਸ ਵਾਲੀ ਕੁੜੀ ਲੱਭਣੀ ਆ ਜਾਂ ਮੁੰਡਾ ਲੱਭਣਾ, ਉਹ ਪੂਰੀ ਇਨਕੁਆਇਰੀ ਕਰਕੇ ਵੀ ਫੈਮਿਲੀ ਕਿੱਦਾਂ ਦੀ ਆ, ਉਹਨਾਂ ਦੀ ਬੈਕਗਰਾਊਂਡ ਕਿੱਦਾਂ ਦੀ ਆ, ਇਹ ਸਾਰੀਆਂ ਚੀਜ਼ਾਂ ਪਤਾ ਕਰਕੇ ਫੇਰ ਹੀ ਅੱਗੇ ਮੈਰਿਜ ਵਾਲਾ ਸਟੈਪ ਲੈਣ। ਤੁਹਾਨੇ ਨਹੀਂ ਕੀਤਾ ਸੀਗਾ, ਇਨਕੁਆਇਰੀ ਨਹੀਂ ਕੀਤੀ ਸੀ? ਸਰ ਮੈਂ ਉਸ ਟਾਈਮ ਬਾਹਰ ਸੀ। ਤੁਸੀਂ ਬਾਹਰ ਸੀਗੇ? ਹਾਂਜੀ। ਯਾਨੀ ਫੈਮਿਲੀ ਵੱਲੋਂ ਪੁੱਛ ਗਿੱਛ ਕੀਤੀ ਗਈ, ਪਰ ਉਹਨਾਂ ਨੇ ਲੁਕੋਇਆ। ਉਸ ਨੂੰ ਮਾਂ-ਬਾਪ ਨਾਲ ਗੱਲ ਕੀਤੀ ਤੇ ਉਹਨਾਂ ਨੇ ਲੁਕੋਇਆ ਗਿਆ। ਬਾਅਦ ਚੋਂ ਪਤਾ ਲੱਗਿਆ ਕਿ ਉਹਨਾਂ ਦਾ ਫੈਮਿਲੀ ਬੈਕਗਰਾਊਂਡ ਜਿਹੜਾ ਕ੍ਰਿਮੀਨਲ ਦੱਸਿਆ ਗਿਆ, ਕਈ ਕੇਸਾਂ 'ਚ ਇਨਵੋਲਵ ਸੀਗਾ। ਦੇਖੋ, ਇਹ ਇੱਕ ਭੋਲੇ ਪਰਿਵਾਰ ਦੀ ਨਾ ਨਿਸ਼ਾਨੀ ਕਹਿ ਸਕਦੇ ਹਾਂ ਆਪਾਂ, ਕਿ ਜਿਨ੍ਹਾਂ ਨੇ ਨਹੀਂ ਪਤਾ ਕੀਤਾ। ਉਹਨਾਂ ਨੇ ਸਿਰਫ ਇਹ ਦੇਖ ਲਿਆ ਕਿ ਕੁੜੀ ਨੂੰ ਬੈਂਡ ਆਇਆ, ਚਲੋ ਕੁੜੀ ਸੋਹਣੀ ਸੁਨੱਖੀ ਹੈਗੀ ਆ, ਤੇ ਬਾਕੀ ਮੁੰਡਾ ਕਹਿੰਦਾ ਮੈਨੂੰ ਕੁੜੀ ਪਸੰਦ ਆ, ਤੇ ਘਰਦਿਆਂ ਨੂੰ ਇਹ ਲੱਗਿਆ ਕਿ ਚਲੋ ਸਾਡੇ ਮੁੰਡੇ ਨੂੰ ਸਾਰਾ ਕੁਝ ਪਸੰਦ ਆ, ਤਾਂ ਚਲੋ ਬੱਚਿਆਂ ਦੀ ਖੁਸ਼ੀ ਚਾਹੀਦੀ ਆ। ਉਹਨਾਂ ਨੇ ਸਿਰਫ ਅੱਗੇ ਤਾਂ ਪਤਾ ਕੀਤਾ ਹੀ ਨਹੀਂ ਨਾ ਕੁਛ, ਸਿਰਫ ਇਹ ਚੀਜ਼, ਇੰਨੀ ਚੀਜ਼ ਦੇਖ ਕੇ, ਬੇਟੇ ਦੀ ਖੁਸ਼ੀ ਦੇਖ ਕੇ ਉਹਨਾਂ ਨੇ ਵਿਆਹ ਕਰਤਾ। ਬਟ ਵਿਆਹ ਤੋਂ ਬਾਅਦ ਥੋੜ੍ਹਾ ਟਾਈਮ ਹੀ ਲੰਘਿਆ ਸੀ ਕਿ ਮੰਨ ਲਓ ਨੋਕ ਝੋਕ ਹੋਣ ਲੱਗ ਗਈ ਪਰਿਵਾਰਾਂ ਦੇ ਵਿੱਚ। ਅਤੇ ਅੱਜ ਹੀ ਅਸੀਂ ਫੁਟੇਜ ਚੈੱਕ ਕਰ ਰਹੇ ਸੀ, ਫੁਟੇਜ ਦੇ ਵਿੱਚ ਵੀ, ਘਰ ਦੀ ਫੁਟੇਜ ਦੇ ਵਿੱਚ ਆਇਆ ਕਿ ਉਹ ਪਹਿਲਾਂ ਵੀ ਆਏ ਸੀ, ਉਹਨਾਂ ਦੀ ਫੈਮਿਲੀ ਆਈ ਹੋਈ ਸੀ, ਉਹ ਇੱਥੇ ਕਾਫੀ ਜ਼ਿਆਦਾ ਲੜ ਕੇ ਗਏ ਨੇ ਉਹ। ਅਤੇ ਉਹ ਫੁਟੇਜ ਬਸ ਅਸੀਂ ਰਿਕਵਰ ਕਰਵਾ ਰਹੇ ਹਾਂ ਸਾਰੀ, ਉਹ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਪੁਲਿਸ ਨੂੰ ਦੇਵਾਂਗੇ ਜੀ। ਅਤੇ ਇਹ ਪਰਿਵਾਰ ਜਿੱਥੇ ਅਸੀਂ ਖੜ੍ਹੇ ਹਾਂ, ਉੱਥੇ ਇੱਕ ਜਾਨ ਚਲੀ ਗਈ ਹੈ ਕੈਨੇਡਾ ਜਾਣ ਦੀ ਹੋੜ ਦੇ ਵਿੱਚ, ਕਿ ਇੱਕ ਕੁੜੀ ਨੇ ਜੇ ਬੈਂਡ ਦੇ ਚੱਕਰ ਦੇ ਵਿੱਚ ਇਹਨਾਂ ਨੇ 30-32 ਲੱਖ ਰੁਪਈਆ ਖਰਾਬ ਕੀਤਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦਾ ਸੋਨਾ ਵਗੈਰਾ ਜੋ ਵੀ ਸੀ, ਉਹਨਾਂ ਦੀਆਂ ਕੁੜੀ ਦੀਆਂ ਰਣਨੀਤੀਆਂ ਸੀਗੀਆਂ, ਉਹ ਬੈਗ ਭਰ ਭਰ ਕੇ ਲੈ ਕੇ ਜਾਂਦੀ ਰਹੀ ਸਮਾਨ ਦੇ। ਕਿਉਂਕਿ ਇਸ ਗੱਲ ਤੋਂ ਪਤਾ ਲੱਗਦਾ ਕਿ ਉਹਦੀ ਪਹਿਲਾਂ ਹੀ ਨੀਤ ਦੇ ਵਿੱਚ ਫਰਕ ਸੀਗਾ। ਕਿਉਂਕਿ ਅਗਰ ਜਿਸ ਕੁੜੀ ਨੇ ਘਰ ਬਸਾਉਣਾ ਹੁੰਦਾ ਤਾਂ ਉਹ ਆਪਣੇ ਘਰ ਦੇ ਵਿੱਚ ਰਹਿੰਦੀ ਹੈ। ਉਹ ਭੋਲੇ ਭਾਲੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਗਈ, ਉੱਥੇ ਰੱਖਿਆ, ਅਤੇ ਉਸ ਤੋਂ ਬਾਅਦ ਜਦ ਉਹਨੇ ਦੇਖਿਆ ਕਿ ਇਸ ਦਾ ਸਾਰਾ ਪੈਸਾ ਜਿਹੜਾ ਮੈਂ ਲਵਾ ਚੁੱਕੀ ਹਾਂ, ਅਤੇ ਕੈਨੇਡਾ ਜਾਣ ਵਾਸਤੇ ਦੱਸਿਆ ਜਾ ਰਿਹਾ ਕਿ ਉਹਦੀ ਕਿਸੇ ਹੋਰ ਨਾਲ ਵੀ ਕੋਈ ਗੱਲਬਾਤ ਸੀਗੀ, ਅਤੇ ਪਰਿਵਾਰ ਵੱਲੋਂ ਉਸ ਚੀਜ਼ ਨੂੰ ਫੜਿਆ ਗਿਆ ਅਤੇ ਉਹਦੀ ਮਾਰਕਟਾਈ ਵੀ ਕੀਤੀ ਗਈ। ਲੇਕਿਨ ਉਸਨੇ ਜਦ ਸਾਰੇ ਕੰਮਾਂ ਤੋਂ ਹਾਰ ਗਈ ਤਾਂ ਉਸਨੇ ਉਸ ਮੁੰਡੇ ਨੂੰ ਹੀ ਮਾਰ ਮੁਕਾਇਆ, ਅਤੇ ਉਹਦੇ 'ਤੇ ਇਲਜ਼ਾਮ ਨੇ। ਅਤੇ ਇਸ ਟਾਈਮ ਉਹਦਾ ਪੂਰਾ ਪਰਿਵਾਰ ਜਿਹੜਾ ਭਗੌੜਾ ਹੋ ਚੁੱਕਿਆ ਹੈ। ਅਸੀਂ ਉਹਦੇ ਪਰਿਵਾਰ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਉਹ ਭਗੌੜਾ ਦੱਸਿਆ ਜਾ ਰਿਹਾ, ਘਰੇ ਜਿੰਦਾ ਮਾਰਿਆ ਹੋਇਆ ਹੈ, ਅਤੇ ਉੱਥੇ ਇਸ ਟਾਈਮ ਕੋਈ ਵੀ ਮੌਜੂਦ ਨਹੀਂ। ਪ੍ਰਸ਼ਾਸਨ ਨੂੰ ਇਹਨਾਂ ਦੇ ਪਰਿਵਾਰ ਵੱਲੋਂ ਇਹ ਅਪੀਲ ਹੈ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਨੇ, ਬੈਂਡਾਂ ਦੇ ਪਿੱਛੇ ਲੱਗ ਕੇ ਪੰਜਾਬ ਦੀ ਜਿਹੜੀ ਹੋਰ ਪੀੜ੍ਹੀ ਜਿਹੜੀ ਮਰ ਰਹੀ ਹੈ, ਕੁਛ ਜੰਗਲਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਖਤਮ ਕਰ ਰਹੇ ਨੇ, ਅਤੇ ਕੁਛ ਇਸ ਤਰ੍ਹਾਂ ਦੀਆਂ ਕੁੜੀਆਂ ਜਿਹੜੀਆਂ ਮੁੰਡਿਆਂ ਨੂੰ ਭੇਟਾਂ ਚੜ੍ਹਾ ਰਹੀਆਂ, ਇਸ 'ਤੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ। ਤੁਸੀਂ ਦੇਖਦੇ ਰਹੋ ਆਜ਼ਾਦ ਹਿਊਮਨ ਨਿਊਜ਼ TV। ਸਰ, ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਸਿੰਘ ਜੀ। ਜਿਹੜੇ ਆਪਣੇ ਮੁੰਡੇ ਦੀ ਮੈਰਿਜ ਹੋਈ ਸੀਗੀ, ਕਿਹੜੇ ਪਿੰਡ ਹੋਈ ਸੀਗੀ? ਇਹ ਹੈਬੋਵਾਲ ਵੱਲੋਂ ਗਈ ਜੀ। ਇਹ ਅਰੇਂਜ ਮੈਰਿਜ ਸੀਗੀ? ਹਾਂਜੀ, ਰਜਾਮੰਦੀ ਨਾਲ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਕੀ ਐਸਾ ਹੋਇਆ ਕਿ ਉਹ ਦੂਰ ਹੁੰਦੀ ਗਈ ਤੇ ਐਡਾ ਬੜਾ ਜਿਹੜਾ ਕਦਮ ਮੁੰਡੇ ਨੇ ਆਪਣੀ ਟ੍ਰੈਜਡੀ ਹੋਈ ਹੈ, ਇਹ ਕਿਉਂ ਹੋਈ ਹੈ? ਕੀ ਮੰਨਦੇ ਹੋ ਤੁਸੀਂ? ਇਹ ਜੀ ਮੈਰਿਜ ਤੋਂ 1 ਮਾਰਚ 2021 ਨੂੰ ਹੀ ਮੈਰਿਜ ਹੋਈ ਆ। ਬਹੁਤ ਵਧੀਆ ਚੱਲਦਾ ਸੀਗਾ ਕੰਮ। 1 ਮਹੀਨੇ ਤੋਂ ਜਦੋਂ ਫੀਸਾਂ ਸਾਰੀਆਂ ਪੇ ਹੋ ਗਈਆਂ, ਤੇ ਨੂੰਹ ਮੇਰੀ ਸਾਤੋਂ ਪਰੇ ਹੋਣ ਲੱਗੀ, ਮੁੰਡੇ ਨੂੰ ਵੀ ਪਰੇ ਕਰਨ ਲੱਗੀ। ਸਾਰੇ ਰਿਸ਼ਤੇਦਾਰ ਤੋੜਤੇ ਉਹਨੇ। ਬਸ 2-3 ਮਹੀਨਿਆਂ ਦੇ ਵਿੱਚ ਸਾਰਾ ਕੁਛ ਪਰੇ ਕਰਤਾ। ਉਸ ਤੋਂ ਬਾਅਦ ਉਹਦੀ ਇੱਕ ਸਮੈਸਟਰ ਦੀ ਪੜ੍ਹਾਈ ਹੋ ਚੁੱਕੀ ਸੀਗੀ, ਤੇ ਹੁਣ ਉਹਦਾ ਪਾਸਪੋਰਟ 'ਤੇ ਸਟੈਂਪ ਲੱਗ ਕੇ ਆ ਗਈ ਸੀ। ਉਹਨੇ ਬਾਹਰ ਜਾਣਾ ਸੀ, ਤੇ ਨੂੰਹ ਮੇਰੀ ਮੁੰਡੇ ਨੂੰ ਸਵਾ ਮਹੀਨੇ ਤੋਂ ਲਗਭਗ ਉੱਥੇ ਆਪਦੇ ਪਰਿਵਾਰ 'ਚ ਰੱਖ ਰਹੀ ਸੀ। ਮੁੰਡਾ ਕਿਸੇ ਸ਼ੌਪ 'ਤੇ ਜੋਬ ਕਰਦਾ ਸੀਗਾ। ਜਿਹੜਾ
ਪੜ੍ਹਾਈ ਦੇ ਉੱਤੇ ਖਰਚਾ ਲਾਇਆ ਗਿਆ, ਜਿਹੜਾ ਵਿਆਹ ਤੇ ਖਰਚਾ ਲਾਇਆ ਗਿਆ, ਸਾਰਾ ਟੋਟਲ ਕਿਹਨੇ ਕੀਤਾ ਜੀ? ਟੋਟਲ ਆਪਾਂ ਨੇ ਕਰਿਆ ਜੀ, ਜਿੰਨਾ ਵਿਆਹ ਤੇ ਖਰਚਾ ਹੋਇਆ, ਜਿੰਨਾ ਪੜ੍ਹਾਈ ਤੇ ਖਰਚਾ ਹੋਇਆ, ਜੋ ਵੀ ਬਾਹਰ ਫੀਸਾਂ ਪੇ ਕਰਨੀਆਂ ਸੀਗੀਆਂ ਕੈਨੇਡਾ ਦੇ ਵਿੱਚ, ਉਹ ਸਾਰੀਆਂ ਮੈਂ ਕਰੀਆਂ ਨੇ ਜੀ। ਉਹਨਾਂ ਦਾ 1 ਰੁਪਈਆ ਵੀ ਮੈਂ ਲੱਗਣ ਨਹੀਂ ਦਿੱਤਾ। ਜਿਹੜਾ ਕਿੰਨਾ ਕੁ ਪੈਸਾ ਖਰਚ ਹੋ ਚੁੱਕਿਆ ਜੀ ਤੁਹਾਨੂੰ? ਪੈਸਾ ਜੀ ਵਿਆਹ ਵੀ ਬਹੁਤ ਵਧੀਆ ਪੈਲਸ ਦੇ ਵਿੱਚ ਕਰਿਆ, ਲਗਭਗ 30-32 ਲੱਖ ਦੇ ਇੰਨਾ ਕੁ ਖਰਚਾ ਮੇਰਾ ਆ ਗਿਆ ਜੀ। ਹਾਂਜੀ, ਵਿਆਹ ਕਿੱਥੇ ਹੋਇਆ ਸੀ ਜੀ? ਵਿਆਹ ਹੋਇਆ ਸੀਗਾ ਜੀ ਮਲੇਰਕੋਟਲਾ ਲੁਧਿਆਣਾ ਰੋਡ ਤੇ ਮਾਲਵਾ ਰਿਜ਼ੋਰਟ ਆ, ਉਸ ਪੈਲਸ ਦੇ ਵਿੱਚ ਵਿਆਹ ਹੋਇਆ ਜੀ। ਤੇ ਜਿਹੜਾ ਸਹੁਰਾ ਪਰਿਵਾਰ ਹੈ ਜੀ ਮੁੰਡੇ ਦਾ, ਉਹ ਕ੍ਰਿਮੀਨਲ ਰਿਕਾਰਡ ਰਿਹਾ, ਸਾਊਥ ਇੰਡੀਅਨ ਰਿਹਾ ਜੀ, ਉਹਨਾਂ ਬਾਰੇ ਕੀ? ਸਾਨੂੰ ਹੁਣ ਪਤਾ ਲੱਗਦਾ ਜੀ ਵੀ ਜਿਹੜਾ ਬੇਟੇ ਦਾ ਸਹੁਰਾ ਪਰਿਵਾਰ ਸੀਗਾ ਉਹ ਵੀ ਜੇਲ੍ਹਾਂ ਜੂਲਾਂ ਕੱਟ ਕੇ ਆਇਆ, ਕੋਈ ਨਸ਼ੇ ਪੱਤੇ ਦੇ ਇਹੋ ਜਿਹੇ ਕੰਮ ਦੇ ਵਿੱਚ ਸੀ। ਕ੍ਰਿਮੀਨਲ? ਹਾਂਜੀ ਹਾਂਜੀ ਹਾਂਜੀ। ਤੁਹਾਡੇ ਬੇਟੇ ਦੇ ਗੁਜ਼ਰਨ ਦਾ ਕੀ ਕਾਰਨ ਮੰਨਦੇ ਹੋ? ਕਾਰਨ ਅਸੀਂ ਸਹੁਰਾ ਪਰਿਵਾਰ ਨੂੰ ਹੀ ਮੰਨਦੇ ਹਾਂ ਜੀ, ਕਿਉਂਕਿ ਬੇਟੇ ਦਾ 골ਡ ਉਹਨਾਂ ਦੇ ਹੱਥ ਆ ਗਿਆ। ਬੇਟੇ ਨੂੰ ਐ ਸੀਗਾ ਵੀ ਮੈਂ 골ਡ ਵੇਚ ਕੇ ਟਿਕਟ ਕਰਾ ਲੂੰ, ਪਰ ਮੈਂ ਕਹਿੰਦਾ ਸੀਗਾ ਵੀ ਬੇਟਾ ਤੂੰ ਇਹੋ ਜਿਹਾ ਕੁਝ ਨਹੀਂ ਕਰਨਾ, ਤੂੰ 골ਡ ਲੈ ਕੇ ਆ। ਤੇ ਉਹਨੂੰ ਉਹ ਦੇ ਨਹੀਂ ਸੀ ਰਹੇ, ਉਹਦਾ ਸਹੁਰਾ ਪਰਿਵਾਰ। ਪਤਾ ਨਹੀਂ ਉਹਨਾਂ ਦੀ ਕੀ ਨੀਤ ਵਿਚਲ ਗਈ। ਬਸ 1:30 ਵਜੇ ਸਾਨੂੰ ਫੋਨ ਆਉਂਦਾ ਬੇਟੇ ਦਾ, ਆਉਂਦਾ ਬੇਟੇ ਨਾਲ ਗੱਲਾਂ ਹੁੰਦੀਆਂ ਨੇ, ਆਪਣੀ ਮਾਂ ਨਾਲ ਗੱਲ ਬਹੁਤ ਵਧੀਆ ਸਾਡੇ ਨਾਲ ਗੱਲਾਂ ਕਰੀਆਂ ਨੇ, ਮੰਮੀ ਆਪਾਂ ਕਿਵੇਂ ਕਰੀਏ ਟਿਕਟ ਦਾ। ਉਹ ਕਹਿੰਦੀ ਤੂੰ ਇੱਕ ਵਾਰੀ ਘਰੇ ਆ ਜਾ, ਤੈਨੂੰ ਕੋਈ ਫਿਕਰ ਨਹੀਂ, ਅਸੀਂ ਆਪੇ ਜੋ ਕੁਝ ਕਰਨਾ ਅਸੀਂ ਆਪੇ ਕਰਾਂਗੇ। 골ਡ ਕਿੰਨੇ ਕੁ ਦਾ ਜੀ ਤੁਹਾਡੇ ਹਿਸਾਬ ਨਾਲ? ਕਿੰਨੇ ਕੁ ਦਾ? 골ਡ ਦਾ ਜੀ ਹੁਣ ਇਹਦੀ ਮਾਤਾ ਨੂੰ ਪਤਾ, ਮੇਰਾ ਖਿਆਲ ਆ ਵੀ ਕਿੰਨਾ ਕੁ ਹੋਊਗਾ, 5 ਤੋਲਿਆਂ ਦਾ ਗੇਟ ਸੀਗਾ ਜੀ। ਜਿਹੜਾ ਉਹ ਦੱਬਣਾ ਚਾਹੁੰਦੇ ਸੀ? ਹਾਂਜੀ। ਬੇਟੇ ਦੇ ਜਾਣ ਤੋਂ ਬਾਅਦ ਤੁਹਾਡੀ ਕੋਈ ਉਹਨਾਂ ਨਾਲ ਗੱਲਬਾਤ ਹੋਈ ਵਾਪਸੀ ਦੀ ਜਾਂ ਕੁਝ? ਬੇਟੇ ਨਾਲ ਗੱਲਾਂ ਹੁੰਦੀਆਂ ਰਹੀਆਂ ਨੇ ਜੀ। ਮੇਰੀ ਨੂੰਹ ਵੀ, ਇੱਕ ਗੱਡੀ ਵੀ ਸਕੋਰਪੀਓ ਉਹਨਾਂ ਕੋਲ ਆ ਮੇਰੀ ਨੂੰਹ। ਮੇਰੀ 10-15 ਦਿਨਾਂ ਬਾਅਦ ਗੇੜਾ ਮਾਰਦੀ ਸੀ, ਜਦੋਂ ਵੀ ਆਉਂਦੀ ਸੀ ਆ ਕੇ ਸੂਟਕੇਸ ਭਰ ਕੇ ਲੈ ਜਾਂਦੀ ਸੀ ਸਮਾਨ, ਇੱਥੋਂ ਆਪਦਾ ਢੋਈ ਗਈ ਹੈ ਜੀ ਉਹ ਸਾਰਾ। ਪਹਿਲਾਂ ਹੀ ਰਣਨੀਤੀ ਜਿਹੜੀ ਸੀਗੀ ਉਹ ਬਸ ਜੀ ਅਲੱਗ ਹੋਣ ਦੀ ਸੀਗੀ। ਉਹਨੂੰ ਇਹ ਸੀਗਾ ਵੀ ਜਿਹੜਾ ਵੀ ਕੋਈ ਕੱਪੜਾ ਲੀੜਾ, ਜਿਹੜੇ ਕੱਪੜੇ ਅਣਸਿਉਂਤੇ ਸੀਗੇ, ਕੋਈ ਰਿਸ਼ਤੇਦਾਰਾਂ 'ਚ ਮਿਲਣ ਜਾਂਦੇ ਸੀ ਉਹ ਦਿੰਦੇ ਸੀ, ਉਹ ਵੀ ਉਹਨੇ ਸਾਰੇ ਆਪਦੇ ਕਬਜ਼ੇ 'ਚ ਕਰਨੇ ਸੀ। ਉਹਦਾ ਕੀ ਕਾਰਨ ਮੰਨਦੇ ਹੋ ਕਿ ਉਹਦਾ ਕਿਸੇ ਹੋਰ ਨਾਲ ਅਫੇਅਰ ਹੋ ਗਿਆ? ਹਾਂਜੀ ਹਾਂਜੀ, ਉਹਦਾ ਕਿਸੇ ਹੋਰ ਮੁੰਡੇ ਨਾਲ ਚੱਲਦਾ ਸੀਗਾ ਜੀ। ਬੇਟੇ ਨੂੰ ਇੱਕ ਦਿਨ ਪਤਾ ਲੱਗ ਗਿਆ, ਉਹਨੇ ਬੇਟੇ ਨੇ ਕਿਹਾ ਵੀ ਜਾ ਥੱਲਿਓਂ ਚਾਹ ਬਣਾ ਕੇ ਲੈ ਕੇ ਆ। ਮੇਰੀ ਨੂੰਹ ਥੱਲਿਓਂ ਚਾਹ ਬਣਾਉਣ ਆ ਗਈ, ਬੇਟੇ ਨੇ ਉਹਦਾ ਮੋਬਾਈਲ ਚੈੱਕ ਕਰਿਆ, ਉਹ ਉਹਦੇ ਵਿੱਚ ਫੜੀ ਗਈ ਜੀ, ਕੋਈ ਚੈਟ ਚੂਟ ਕਰਦੀ ਫੜੀ ਗਈ ਜਾਂ ਕੁਝ ਵੀ। ਤੇ ਉਹਨਾਂ ਨੇ ਤੁਹਾਨੂੰ ਦੱਸਿਆ ਜੀ ਤੁਹਾਡੇ ਬੇਟੇ ਨੇ ਕੁਝ? ਹਾਂਜੀ ਸਾਨੂੰ ਦੱਸਿਆ ਜੀ, ਪਹਿਲਾਂ ਉਹਦੀ ਮੰਮੀ ਨੂੰ ਉੱਪਰ ਬੁਲਾਇਆ, ਫਿਰ ਮੈਨੂੰ ਬੁਲਾਇਆ, ਬੁਲਾ ਕੇ ਉਹਨੇ ਸਾਰੇ ਕਹਿੰਦਾ ਡੈਡੀ ਆਪਾਂ ਤਾਂ ਆਹ ਗੱਲ ਇੱਕਣ ਹੋ ਗਈ। ਫਿਰ ਵਿੱਚ ਮੋਤਬਰ ਬੰਦੇ ਪੈ ਗਏ ਮਲੇਰਕੋਟਲੇ, ਇੱਕ ਮੇਰੇ ਕੁੜਮ ਦਾ ਕੋਈ ਹੈਗਾ ਸੀਗਾ ਬੰਦਾ, ਉੱਥੇ ਅਸੀਂ ਇਕੱਠੇ ਹੋਏ, ਸਾਰੇ ਹੋਰ ਰਿਸ਼ਤੇਦਾਰ ਇਕੱਠੇ ਹੋਏ। ਉਹਨਾਂ ਨੇ ਆਪਦੀ ਬੇਟੀ ਕੁੱਟੀ ਵੀ ਉੱਥੇ, ਮੇਰੇ ਕੁੜਮ ਨੇ ਵੀ ਕੁੱਟੀ, ਕੁੜਮਣੀ ਨੇ ਵੀ ਕੁੱਟੀ। ਉਹ ਕਹਿੰਦੇ ਜੀ ਬੇਟੀ ਆ, ਚਲੋ ਹੁਣ ਬੱਚੀ ਤੋਂ ਕੋਈ ਗਲਤੀ ਹੋ ਗਈ, ਚਲੋ ਅਸੀਂ ਵੀ ਸੋਚਿਆ ਵੀ ਕੋਈ ਗੱਲ ਨਹੀਂ, ਚਲੋ ਅਸੀਂ ਉਹ ਗੱਲ ਤੇ ਮਿੱਟੀ ਪਾਤੀ। ਬੇਟਾ ਵੀ ਸਮਝ ਗਿਆ ਵੀ ਚਲੋ ਵੀ ਕੋਈ ਗੱਲ ਨਹੀਂ, ਬਾਹਰ ਜਾਣਾ ਵੀ ਕਾਹਨੂੰ ਇੰਨੇ, ਹੁਣ ਬਸ ਜੋ ਹੋ ਗਿਆ ਸੋ ਹੋ ਗਿਆ ਜੀ। ਸਹੁਰੇ ਦਾ ਕੀ ਨਾਮ ਸੀਗਾ ਜੀ? ਜਗਦੀਪ ਸਿੰਘ ਜੀ। ਕੁੜੀ ਦਾ ਕੀ ਨਾਮ ਸੀਗਾ? ਪਵਨਦੀਪ ਕੌਰ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਦੇਖੋ ਇਨਸਾਫ ਮਿਲਣਾ ਚਾਹੀਦਾ, ਵੀ ਸਾਡਾ ਤਾਂ ਘਰ ਉੱਜੜ ਗਿਆ, ਕੋਈ ਹੋਰ ਘਰ ਨਾ ਉੱਜੜ ਜੇ। ਕਿੰਨੇ ਬੱਚੇ ਸੀਗੇ? ਮੇਰੇ 2 ਬੱਚੇ ਆ ਜੀ, ਇੱਕ ਬੇਟੀ ਆ ਜੀ ਮੇਰੀ, ਉਹ ਕੈਨੇਡਾ PR ਆ ਜੀ, ਉੱਥੇ ਹੀ ਉਹਦੇ ਕੋਲ ਹੀ ਭੇਜਣੀ ਸੀ। ਬਸ ਇਹ ਬੇਟਾ ਸੀਗਾ, ਇਹਦੇ ਕਿ ਨਹੀਂ ਦੇਖਦੇ ਸੀਗੇ ਵੀ ਚਲੋ ਸਾਰੇ ਜਣੇ ਇੱਕ ਥਾਂ 'ਤੇ ਸੈੱਟ ਹੋ ਜਾਾਂਗੇ, ਵੀ ਆਪਦਾ ਉੱਥੇ ਕਾਰੋਬਾਰ ਕਰਾਂਗੇ। ਜਸਪਾਲ ਕੌਰ। ਮੁੰਡੇ ਦਾ ਕੀ ਨਾਮ ਸੀਗਾ ਜੀ? ਲਾਪ੍ਰੀਤ ਸਿੰਘ। ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਨੂੰ? ਬਸ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਸਾਡੇ ਨਾਲ ਬਣ ਰਹੀਆਂ ਨੇ, ਕਿਸੇ ਹੋਰ ਨਾਲ ਨਾ ਬਣਨ। ਜਿਵੇਂ ਅਸੀਂ ਲੁੱਟੇ ਗਏ, ਇੱਕਣ ਕੋਈ ਹੋਰ ਨਾ ਮਾਂ ਲੁੱਟੀ ਜਾਵੇ। ਨਾਲੇ ਤਾਂ ਅਸੀਂ ਸਾਰਾ ਪੈਸਾ ਲਾਤਾ, ਨਾਲੇ ਸਾਡਾ ਬੇਟਾ ਨਹੀਂ ਰਿਹਾ, ਅਸੀਂ ਤਾਂ ਚਵੇ ਖਾਲੀ ਹੋ ਕੇ ਬੈਠੇ। ਕੀ ਕਹਿਣਾ ਚਾਹੋਗੇ ਜੀ ਉਹ ਪਰਿਵਾਰ ਨੂੰ ਜਿਹੜੇ ਕੈਨੇਡਾ ਜਾਣ ਦੇ ਪਿੱਛੇ ਆਪਣੇ ਮੁੰਡੇ ਪਹਿਲਾਂ ਹੀ ਗਵਾ ਚੁੱਕੇ ਨੇ? ਅਸੀਂ ਉਹ ਸਾਰੇ ਪਰਿਵਾਰਾਂ ਨੂੰ ਐ ਕਹਿੰਦੇ ਹਾਂ ਵੀ ਅੱਗੇ ਤਾਂ ਧੀਆਂ ਵਲੀ ਚੜ੍ਹਦੀਆਂ ਸੀ ਦਾਜ ਦੀ, ਹੁਣ ਪੁੱਤ ਚੜ੍ਹਨ ਲੱਗ ਗਏ। ਪੁੱਤ ਇਸ ਕਰਕੇ ਚੜ੍ਹਨ ਲੱਗ ਗਏ, ਪੁੱਤ ਪੜ੍ਹਾਈ ਕਰੀ ਨਹੀਂ ਹੁੰਦੀ। ਆਪਾਂ ਸੋਚ ਲੈਂਦੇ ਹਾਂ ਬੱਚੀ ਦੀ ਪੜ੍ਹਾਈ ਕਰੀ ਹੋਈ ਆ, ਬੈਂਡ ਲਏ ਹੋਏ ਨੇ, ਕੋਈ ਗੱਲ ਨਹੀਂ ਆਪਾਂ ਇਹਦੇ ਸਹਾਰੇ ਨਾਲ ਤੋਰ ਦਿੰਦੇ ਹਾਂ। ਪਰ ਬੱਚੀਆਂ ਦਾ ਪਹਿਲਾਂ ਹੀ ਕੰਮ ਸੈਟਿੰਗ ਸੂਟਿੰਗ ਕਰੀ ਹੁੰਦੀ ਆ, ਇਹਦੇ ਕਰਕੇ ਉੱਤਰ ਜਾ ਕੇ ਵੀ ਧੋਖਾ ਦਿੰਦੀਆਂ ਨੇ।
ਕਈਆਂ ਨੇ ਹੁਣ ਸਾਡੇ ਵਾਲੀ ਨੇ ਤਾਂ ਇੱਧਰ ਹੀ ਧੋਖਾ ਦੇਤਾ, ਇੱਧਰ ਹੀ ਮਾਰਤਾ। ਸਾਰੇ ਚੀਜ਼ ਦਾ ਕਾਰਨ ਕਿਹਨੂੰ ਮੰਨਦੇ ਜੀ? ਸਾਰੇ ਜਿਹੜੇ ਇਹ ਕੰਮ ਹੋਇਆ ਇਸ ਚੀਜ਼ ਦੇ ਵਿੱਚ ਕਿਹਨੂੰ ਕਾਰਨ ਮੰਨਦੇ ਜੀ? ਅਸੀਂ ਜੀ ਬਸ ਸਹੁਰੇ ਪਰਿਵਾਰ ਲਾਲਚੀ ਸੀ, ਇਹਨਾਂ ਨੂੰ ਹੀ ਕਾਰਨ ਮੰਨਦੇ ਆ। ਇੱਕ ਇਹ ਕੁੜੀ ਬਸ ਚੈਟ ਕਰਦੀ ਫੜੀ ਗਈ, ਬੇਟੇ ਨੇ ਫੜ ਲਈ। ਮੈਂ ਦੂਸਰੇ ਘਰੋਂ ਡੰਗਰਾਂ ਦਾ ਕੰਮ ਕਰਕੇ ਆਈ ਸੀ, ਮੇਰੇ ਆਉਂਦੇ ਨੂੰ ਤਾਂ ਉੱਪਰ ਲੜ ਰਹੇ ਸੀ ਦੋਨੋਂ ਜਾਣੇ, ਤੇ ਮੁੰਡੇ ਨੂੰ ਚੂਚੇ ਮੈਨੂੰ ਹਾਕਾਂ ਮਾਰੀਆਂ, ਮੰਮੀ ਮੰਮੀ। ਮੈਂ ਉੱਪਰ ਚਲੀ ਗਈ, ਮੈਂ ਕਿਹਾ ਹਾਂ ਕੀ ਆ? ਕਹਿੰਦਾ ਮੰਮੀ ਆ ਇਹਦੇ ਫੋਨ ਦੇ ਵਿੱਚ ਕਿਸੇ ਨਾਲ ਮੈਂ ਚੈਟ ਕਰਦੀ ਫੜ ਲਿਆ, ਸਾਰਾ ਕੁਛ ਮੇਰੇ ਫੋਨ ਦੇ ਵਿੱਚ ਆ। ਉਹਨੇ ਆਪਣੇ ਫੋਨ 'ਚ ਪਾ ਲਿਆ ਸਾਰਾ ਕੁਛ, ਉਹਦਾ ਫੋਨ ਭੰਨ ਕੇ ਚੂਰਾ ਚੂਰਾ ਕਰਤਾ ਬਹੁਤ। ਮੈਂ ਕਿਹਾ ਵੀ ਕੋਈ ਨਾ ਰਹਿਣ ਦੇ। ਫਿਰ ਸਭ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਇਹਦੇ ਮੰਮੀ ਡੈਡੀ ਨੂੰ ਫੋਨ ਕੀਤਾ, ਉਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ, ਆਪਦੀ ਕੁੜੀ ਨੂੰ ਲੈ ਜਾਓ, ਮੈਂ ਨਹੀਂ ਰੱਖਣੀ ਹੈਗੀ। ਜਦ ਇਹ ਹੋਰ ਮੁੰਡਿਆਂ ਨਾਲ ਉਹ ਕਰਦੇ, ਮੈਂ ਰੱਖਣੀ ਨਹੀਂ ਹੈਗੀ। ਤੇ ਫਿਰ ਉਹਦੇ ਘਰਦਿਆਂ ਨੇ ਫੋਨ ਕੀਤਾ ਵੀ ਅਸੀਂ ਘਰ ਨਹੀਂ ਆਉਂਦੇ ਹੈਗੇ, ਅਸੀਂ ਮਲੇਰਕੋਟ ਲਿਆਉਂਦੇ ਹਾਂ। ਇਹ ਮਲੇਰਕੋਟ ਲਿਆਏ, ਇਹਨਾਂ ਦਾ ਕੋਈ ਹੈ ਸੀ ਜਾਣ ਪਛਾਣ ਵਾਲਾ ਬੰਦਾ ਮੌਲਵੀ, ਉਹਦੇ ਘਰ ਗੱਲ ਹੋਈ ਆ। ਪੰਚਾਇਤ ਮੈਂਬਰ ਨੂੰ ਵੀ ਅਸੀਂ ਲੈ ਕੇ ਗਏ ਹਾਂ, ਕਿਉਂਕਿ ਸਾਡਾ ਸਰਪੰਚ ਆਪਦਾ ਸੀ, ਉਹਨੂੰ ਲੈ ਕੇ ਗਏ ਵੀ ਮੌਕਾ ਦਿਖਾਈਏ। ਪਰ ਉੱਥੇ ਇਹਨਾਂ ਨੇ ਕੁੜੀ ਦੇ ਥੱਪੜ ਵੀ ਮਾਰੇ ਨੇ। ਇਹ ਵੀ ਕਿਹਾ ਵੀ ਜੇ ਅੱਗੇ ਤੋਂ ਇਹ ਕੁੜੀ ਸਾਡੀ ਗਲਤੀ ਦੁਬਾਰਾ ਕਰੂਗੀ ਨਾ, ਇਹਨੂੰ ਬੇਸ਼ੱਕ ਦੀ ਗੋਲੀ ਮਾਰ ਦਿਓ, ਸਾਨੂੰ ਮੂੰਹ ਦਿਖਾਉਣ ਨੂੰ ਵੀ ਨਾ ਛੱਡਿਓ। ਕੁੜੀ ਸਾਡੇ ਕੋਲ ਬਸ 4 ਕੁ ਮਹੀਨੇ ਰਹੀ ਆ। ਹਾਂ।